ਅਸੀਂ ਮੋਰਚੇ ਵਿੱਢੀ ਬੈਠੇ ਹਾਂ, ਪੱਕੇ ਮੋਰਚੇ ਵਿੱਢੀ ਬੈਠੇ ਹਾਂ। ਤੁਸੀਂ ਮੈਨੂੰ ਜੋ ਕਹੀ ਜਾਓ ਮਰਜ਼ੀ, ਮੈਨੂੰ ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਪਰ ਜਦੋਂ ਤੁਹਾਡੇ ਕੋਲੇ ਮੈਨੂੰ ਕੋਈ ਵਿਜ਼ਨ ਨਹੀਂ ਦਿਖਦਾ ਜਥੇਬੰਦੀਆਂ ਕੋਲੇ, ਜਾਂ ਤੁਹਾਡੇ ਕੋਲੇ ਮੈਨੂੰ ਕੋਈ ਪਲਾਨ ਬੀ ਨਹੀਂ ਦਿਸਦਾ, ਮੈਂ ਕਿਹਾ ਸੀ ਇਹਨਾਂ ਕੋਲੇ ਪਲਾਨ ਬੀ ਹੈ ਨਹੀਂ। ਬਾਈ ਚਾਂਸ ਜੇ ਕੋਈ ਵੀਕ ਪਟੀਸ਼ਨ ਫਾਈਲ ਕਰਤੀ, ਵੀਕ ਗਰਾਊਂਡਸ ਤਿਆਰ ਕਰ ਲਏ, ਤਾਂ ਸਾਡਾ ਸੰਘਰਸ਼ ਉੱਥੇ ਹੀ ਡੁੱਬ ਜਾਣਾ। ਇਸ ਪਟੀਸ਼ਨ ਦੇ ਫਾਈਲ ਹੋਣ ਤੋਂ ਮੈਨੂੰ ਪਤਾ ਲੱਗ ਗਿਆ ਤੁਹਾਡੇ ਕੋਲੇ ਪਲਾਨ ਵੀ ਹੈ ਨਹੀਂ। ਸੋ ਜੇ ਤੁਸੀਂ ਲੋਕਾਂ ਦੇ ਇਸ ਉਭਾਰ ਨੂੰ, ਲੋਕਾਂ ਦੇ ਹੌਸਲੇ ਨੂੰ, ਲੋਕਾਂ ਦੇ ਅੰਦਰ ਜਿਹੜਾ ਜਜ਼ਬਾ ਉਹਨੂੰ ਇਸ ਤਰ੍ਹਾਂ ਨਾਲ ਗਲਤ ਸਟੈਪ ਲੈ ਕੇ ਵੇਚਣਾ, ਫਿਰ ਕੀ ਕਰ ਸਕਦੇ ਹਾਂ ਅਸੀਂ? ਇੱਥੇ ਮੋਰਚਿਆਂ ਤੇ ਬੈਠ ਕੇ ਕੱਲਾ ਇੱਥੇ ਸਾਨੂੰ ਬੈਠ ਕੇ ਕੁਛ ਨਹੀਂ ਨਿਕਲਣਾ। ਅਸੀਂ ਕਰ ਸਕਦੇ ਹਾਂ, ਹੱਲ ਵੀ ਲੱਭ ਸਕਦੇ ਹਾਂ, ਹੈਗੇ ਆ ਹੱਲ ਸਾਡੇ ਕੋਲੇ। ਪਰ ਜੇ ਸਿਰ ਜੋੜ ਕੇ ਨਹੀਂ ਬੈਠਾਂਗੇ, ਹਉਮੈ ਮੈਂ ਇੱਕ ਦੂਜੇ ਨੂੰ ਨਿੰਦਣਾ, ਲੱਤਾਂ ਖਿੱਚਣਾ, ਫਲਾਨਾ ਫਲਾਨੇ ਦਾ ਏਜੰਟ ਆ, ਇਹਨਾਂ ਚੀਜ਼ਾਂ 'ਚ ਰਹਿ ਗਏ। ਮੈਂ ਆਸ ਕਰਦਾ ਤੁਸੀਂ ਸਾਰੇ ਤੰਦਰੁਸਤ ਹੋਵੋਗੇ, ਠੀਕ ਹੋਵੋਗੇ। ਗੱਲ ਬੜੀ ਗੰਭੀਰ ਆ, ਇਸ ਕਰਕੇ ਕਰਨੀ ਜ਼ਰੂਰੀ ਆ ਤੇ ਸੰਗਤ ਨਾਲ ਕਰਨੀ ਜ਼ਰੂਰੀ ਆ। ਮੈਨੂੰ ਪਤਾ ਲੱਗਿਆ ਵੀ ਕਿਸਾਨ ਜਥੇਬੰਦੀਆਂ 'ਚੋਂ ਇੱਕ ਜਥੇਬੰਦੀ ਸੁਪਰੀਮ ਕੋਰਟ ਚਲੀ ਗਈ ਆ ਤੇ ਸੁਪਰੀਮ ਕੋਰਟ ਜਾ ਕੇ ਉਹਨਾਂ ਨੇ ਉੱਥੇ ਰਿਟ ਪਟੀਸ਼ਨ ਫਾਈਲ ਕਰਤੀ ਆ ਇਹ ਜਿਹੜੀ ਲੈਜਿਸਲੇਸ਼ਨ ਆ ਉਹਨੂੰ ਚੈਲੰਜ ਕਰਨ ਵਾਸਤੇ। ਮੈਂ ਇਹ ਸਮਝਦਾ ਵੀ ਇਸ ਸੰਘਰਸ਼ ਨੂੰ ਜੇ ਕੋਈ ਇਸ ਟਾਈਮ ਬਿਨਾਂ ਕਿਸੇ ਸੇਧ ਤੋਂ, ਬਿਨਾਂ ਕਿਸੇ ਦਿਸ਼ਾ ਤੋਂ, ਇਸ ਸਟੈਪ ਤੋਂ ਮੈਨੂੰ ਇਹ ਸਮਝ ਆਉਂਦੀ ਆ, ਜੇ ਕੋਈ ਤੋੜ ਰਿਹਾ ਤਾਂ ਉਹ ਜਥੇਬੰਦੀਆਂ ਖੁਦ ਤੋੜ ਰਹੀਆਂ। ਉਹਨਾਂ ਨੂੰ ਸੋਚਣ ਦੀ, ਸਮਝਣ ਦੀ ਜ਼ਰੂਰਤ ਆ। ਮੈਂ ਨਿੰਦ ਨਹੀਂ ਰਿਹਾ ਕਿਸੇ ਨੂੰ, ਪਰ ਇਹ ਗੱਲ, ਇਹ ਮਸਲੇ ਇੰਨੇ ਗੰਭੀਰ ਆ, ਜਿਨ੍ਹਾਂ ਨੂੰ ਇਹਦੀ ਗੰਭੀਰਤਾ ਨਹੀਂ ਸਮਝ ਆ ਰਹੀ, ਤਾਂ ਸਿਰ ਜੋੜ ਕੇ ਬੈਠ ਕੇ ਇਹਦੀ ਗੰਭੀਰਤਾ ਨੂੰ ਸਮਝੀਏ। ਕਿਉਂ ਨਹੀਂ ਸਮਝ ਆ ਰਹੀ, ਕਿਉਂ ਮੈਨੂੰ ਇਹ ਲੱਗਿਆ, ਮੈਂ ਇਹ ਦੱਸਣਾ ਜ਼ਰੂਰੀ ਸਮਝਦਾ। ਇਸ ਕਰਕੇ ਕਿਉਂਕਿ ਲੋਕਾਂ 'ਚ ਇੰਨਾ ਜ਼ਿਆਦਾ ਉਭਾਰ ਆ, ਲੋਕਾਂ ਨੇ ਜਜ਼ਬਾ ਦਿਖਾਇਆ। ਅਸੀਂ ਮੋਰਚੇ ਵਿੱਢੀ ਬੈਠੇ ਹਾਂ, ਪੱਕੇ ਮੋਰਚੇ ਵਿੱਢੀ ਬੈਠੇ ਹਾਂ। ਤੁਸੀਂ ਮੈਨੂੰ ਜੋ ਕਹੀ ਜਾਓ ਮਰਜ਼ੀ, ਮੈਨੂੰ ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਪਰ ਜਦੋਂ ਤੁਹਾਡੇ ਕੋਲੇ ਮੈਨੂੰ ਕੋਈ ਵਿਜ਼ਨ ਨਹੀਂ ਦਿਖਦਾ ਜਥੇਬੰਦੀਆਂ ਕੋਲੇ, ਜਾਂ ਤੁਹਾਡੇ ਕੋਲੇ ਮੈਨੂੰ ਕੋਈ ਪਲਾਨ ਬੀ ਨਹੀਂ ਦਿਸਦਾ, ਮੈਂ ਕਿਹਾ ਸੀ ਇਹਨਾਂ ਕੋਲੇ ਪਲਾਨ ਬੀ ਹੈ ਨਹੀਂ। ਸੋ ਗੱਲ ਆਏ ਆ, ਜਦੋਂ ਸੁਪਰੀਮ ਕੋਰਟ ਜਾਣਾ, ਮਸਲੇ ਨੂੰ ਲੈ ਕੇ ਕਾਨੂੰਨੀ ਲੜਾਈ ਲੜਨੀ ਆ, ਉਹਦੀ ਰਣਨੀਤੀ ਕੀ ਹੋਣੀ ਚਾਹੀਦੀ ਹੈ, ਇਹ ਵੀ ਬਹੁਤ ਲਾਜ਼ਮੀ ਤੇ ਜ਼ਰੂਰੀ ਗੱਲ ਆ। ਰਣਨੀਤੀ ਮੈਨੂੰ ਨਹੀਂ ਲੱਗਦਾ ਇਹਨਾਂ ਨੇ ਬਣਾਈ ਆ, ਕਿਉਂਕਿ ਪਟੀਸ਼ਨ ਫਾਈਲ ਕਰਤੀ। ਇੱਕ ਪਟੀਸ਼ਨ ਦੇ ਗਰਾਊਂਡਸ ਕੀ ਹੋਣੇ ਚਾਹੀਦੇ ਆ, ਇਹ ਕਿਸੇ ਨਾਲ ਡਿਸਕਸ ਨਹੀਂ ਹੋਇਆ। 31 ਦੀਆਂ 31 ਜਥੇਬੰਦੀਆਂ ਦਾ ਉਸ ਪਟੀਸ਼ਨ ਦੇ ਉੱਤੇ ਡਿਸੀਜਨ ਇੱਕ ਆ ਨਹੀਂ ਆ, ਇਹ ਕਿਸੇ ਨੇ ਡਿਸਾਈਡ ਨਹੀਂ ਕੀਤਾ। ਕਿਹੜੇ ਲੀਗਲ ਬ੍ਰੇਨਸ ਨੇ ਉਹਦੇ ਤੇ, ਉਹਦੇ ਗਰਾਊਂਡਸ ਤੇ ਆਪਦਾ ਸਿਰ ਜੋੜ ਕੇ ਬੈਠੇ ਆ ਤੇ ਗਰਾਊਂਡਸ ਕ੍ਰੀਏਟ ਕੀਤੇ ਆ, ਇਹ ਫਿਰ ਵੀ ਛੁਪੀ ਹੋਈ ਗੱਲ ਆ। ਅਗਲੀ ਗੱਲ, ਜਦੋਂ ਪਟੀਸ਼ਨ ਫਾਈਲ ਹੁੰਦੀ ਆ, ਤੁਹਾਡਾ ਸੁਪਰੀਮ ਕੋਰਟ 'ਚ AOR ਐਡਵੋਕੇਟ ਔਨ ਰਿਕਾਰਡ ਕੌਣ ਆ? ਤੁਹਾਡਾ ਸੁਪਰੀਮ ਕੋਰਟ ਦੇ ਅੰਦਰ ਕਾਉਂਸਲ ਕੌਣ ਆ? ਇਹ ਬਹੁਤ ਜ਼ਰੂਰੀ ਗੱਲਾਂ, ਕਿਉਂਕਿ ਇੱਕ ਕਹਾਵਤ ਆ ਲੀਗਲ ਫੀਲਡ ਦੀ, ਇਟਸ ਨਾਟ ਦ ਕੇਸਿਸ, ਇਟਸ ਦ ਫੇਸਿਸ ਵਿਚ ਮੇਕਸ ਦ ਡਿਫਰੈਂਸ ਇਨ ਦ ਕੋਰਟ। ਜਿਹੜੀ ਮੇਰੀ ਇੱਥੇ ਖਾਦਸ਼ਾ, ਜਾਂ ਮੈਂ ਕਹਿ ਸਕਦਾ ਜਿਸ ਗੱਲ ਨੂੰ ਸਮਝ ਕੇ ਮੈਂ ਅੱਜ ਗੱਲ ਕਰ ਰਿਹਾ, ਬਾਈ ਚਾਂਸ ਜੇ ਕੋਈ ਵੀਕ ਪਟੀਸ਼ਨ ਫਾਈਲ ਕਰਤੀ, ਵੀਕ ਗਰਾਊਂਡਸ ਤਿਆਰ ਕਰ ਲਏ, ਤਾਂ ਸਾਡਾ ਸੰਘਰਸ਼ ਉੱਥੇ ਹੀ ਡੁੱਬ ਜਾਣਾ। ਕੋਰਟ ਨੇ ਐਡਜੂਡੀਕੇਟ ਕਰ ਦੇਣਾ ਗਵਰਨਮੈਂਟ ਦੇ ਫੇਵਰ 'ਚ, ਕਿਉਂਕਿ ਗਵਰਨਮੈਂਟ ਹੋ ਸਕਦਾ ਕਿਤੇ ਨਾ ਕਿਤੇ ਸਰਕਾਰ ਕੋਈ ਵੀਕ ਪਟੀਸ਼ਨ, ਵੀਕ ਕੇਸ ਕੋਰਟ 'ਚ ਕਿਸੇ ਜਥੇਬੰਦੀ ਦੇ ਥਰੂ ਫਾਈਲ ਕਰਾ ਲੇ। ਉਹ ਫਾਈਲ ਕਰਾਉਣ ਤੋਂ ਬਾਅਦ ਆਪਦੇ ਫੇਵਰ 'ਚ ਉਹਨੂੰ ਡਿਸਾਈਡ ਕਰਵਾ ਲੇ। ਯੂਨੀਅਨ ਗਵਰਨਮੈਂਟ ਦੇ ਫੇਵਰ 'ਚ ਜਦੋਂ ਡਿਸਾਈਡ ਹੋ ਗਿਆ, ਅਗਲੀ ਕੋਈ ਵੀ ਪਟੀਸ਼ਨ ਫਾਈਲ ਕਰੂਗਾ, ਦੈਟ ਵਿਲ ਨਾਟ ਬੀ ਐਂਟਰਟੇਨਡ। ਕੋਰਟ ਨੇ ਉਹਨੂੰ ਦਾਖਲ ਹੀ ਨਹੀਂ ਕਰਨਾ, ਕਿਉਂਕਿ there is a principle called res judicata, means that once a matter is decided about a subject matter, about anything which is probably affecting lot of aggrieved parties, means
ਇਹਦਾ ਮੈਂ ਮਤਲਬ ਦੱਸ ਦਿੰਦਾ। ਇੱਕ ਜਿਹੜਾ ਕੇਸ ਪਹਿਲਾਂ ਹੀ ਐਡਜੂਡੀਕੇਟ ਹੋ ਜਾਂਦਾ, ਡਿਸਾਈਡ ਹੋ ਜਾਂਦਾ, ਜਿਹੜਾ ਬਹੁਤ ਸਾਰੀਆਂ ਐਗਰੀਵਡ ਪਾਰਟੀਆਂ ਜਿਹੜੀਆਂ ਉਹਦੇ ਤੋਂ ਪ੍ਰਭਾਵਿਤ ਪਾਰਟੀਆਂ ਜਾਂ ਜਥੇਬੰਦੀਆਂ ਜਾਂ ਕਿਸਾਨ ਜਥੇਬੰਦੀਆਂ ਉਹਨਾਂ ਨੂੰ ਇਫੈਕਟ ਕਰਦਾ। ਜੇ ਉਹ ਕੇਸ ਇੱਕ ਵਾਰੀ ਡਿਸਾਈਡ ਹੋ ਗਿਆ ਤਾਂ ਵਾਰੀ-ਵਾਰੀ ਉਹੋ ਜਿਹੇ ਕੇਸ ਸੁਪਰੀਮ ਕੋਰਟ ਨੇ ਮੁੜ ਕੇ ਦਾਖਲ ਹੀ ਨਹੀਂ ਕਰਨੇ। ਹੁਣ ਮੇਰਾ ਖਦਸ਼ਾ ਇਹ ਆ ਵੀ ਜੇ ਤੁਸੀਂ ਪਟੀਸ਼ਨ ਫਾਈਲ ਕਰਦੇ ਹੋ, ਕਿਸਾਨ ਜਥੇਬੰਦੀਆਂ ਮੈਨੂੰ ਇਹਦਾ ਜਵਾਬ ਦੇਣ। ਤੁਹਾਡੇ ਤੋਂ ਪੁੱਛ ਕੇ ਪਟੀਸ਼ਨ ਫਾਈਲ ਕੀਤੀ ਗਈ ਆ? ਕਿਸੇ ਦੀ ਸਹਿਮਤੀ ਹੈ? ਤੁਸੀਂ ਮੈਨੂੰ ਕਹਿੰਦੇ ਹੋ ਵੀ ਦੀਪ ਸਿੱਧੂ ਸਾਡੇ ਤੋਂ ਵੱਖ ਚੱਲਦਾ। ਮੈਂ ਵੱਖ ਨਹੀਂ ਚੱਲਦਾ, ਮੈਂ ਤੁਹਾਡੇ ਨਾਲ ਚੱਲਦਾ। ਪਰ ਜਦੋਂ ਤੁਹਾਡੇ ਕੋਲੇ ਕੋਈ ਪਲਾਨ ਨਹੀਂ ਹੁੰਦਾ, ਜਦੋਂ ਤੁਹਾਡੇ ਕੋਲੇ ਕੋਈ ਹੱਲ ਨਹੀਂ ਹੁੰਦਾ, ਤੁਹਾਡੇ ਆਪਦੇ ਕੋਲੇ ਇੱਕ ਕੋਈ ਪਲਾਨ ਆਫ ਐਕਸ਼ਨ ਨਹੀਂ ਆ, ਫਿਰ ਮੈਂ ਆਪਦੀ ਧਰਤੀ ਨਾਲ ਕਿਵੇਂ ਗਦਾਰੀ ਕਰ ਲਾਂ? ਕਿਵੇਂ ਮੈਂ ਤੁਹਾਡੇ ਪਿੱਛੇ ਲੱਗ ਜਾ? ਕਿਵੇਂ ਮੈਂ ਇਹ ਕਹਿ ਦਾਂ ਵੀ ਜੋ ਤੁਸੀਂ ਕਹੋਗੇ ਉਹੀ ਕਰਾਂਗੇ? ਫਿਰ ਤਾਂ ਇਹ ਤਾਂ ਗੁਲਾਮੀ ਦੀ ਨਿਸ਼ਾਨੀ ਹੁੰਦੀ ਆ। ਇਸ ਕਰਕੇ ਮੇਰੀ ਬਹੁਤ ਵੱਡੀ ਇਹ ਇਸ ਟਾਈਮ ਇਹ ਚਿੰਤਾ ਏਡੀ ਗੰਭੀਰ ਆ। ਵੀਕ ਗਰਾਊਂਡਸ ਤੇ ਹੋਈ, AOR ਵੀਕ ਹੋਇਆ ਜਿਹੜਾ ਐਡਵੋਕੇਟ ਔਨ ਰਿਕਾਰਡ ਆ, ਜਾਂ ਸਾਡਾ ਚੰਗਾ ਕਾਉਂਸਲ ਨਹੀਂ ਹੋਇਆ ਉੱਥੇ ਸੁਪਰੀਮ ਕੋਰਟ 'ਚ। ਅਸੀਂ ਇੱਕ ਮੋਰਚਾ ਜਿਹੜਾ ਬਹੁਤ ਵੱਡੀ ਲੜਾਈ ਸਾਨੂੰ ਜਿੱਤ ਕੇ ਦੇ ਸਕਦਾ, ਜਾਂ ਉੱਥੇ ਅਸੀਂ ਲੜਾਈ ਇਸ ਤਰ੍ਹਾਂ ਲੜ ਸਕਦੇ ਹਾਂ ਜੇ ਕਿਤੇ ਉੱਥੇ ਸਰਕਾਰਾਂ ਨੇ ਗੱਲ ਨਹੀਂ ਸੁਣੀ। ਫਿਰ ਅਸੀਂ ਨਿਆਂ ਲੈਣ ਗਏ। ਉੱਥੇ ਜਦੋਂ ਨਿਆਂ ਲਈਦਾ ਹੁੰਦਾ, ਕਿਸੇ ਲੈਜਿਸਲੇਸ਼ਨ ਨੂੰ ਚੈਲੰਜ ਕਰੀਦਾ ਹੁੰਦਾ, ਉਹਦੇ ਗਰਾਊਂਡਸ ਬਹੁਤ ਜ਼ਿਆਦਾ ਇੰਪੋਰਟੈਂਟ ਹੁੰਦੇ ਆ। ਉਹਦੇ ਗਰਾਊਂਡਸ 'ਤੇ ਬੜਾ ਮੱਥਾ ਮਾਰਨਾ ਪੈਂਦਾ। ਕੌਨਸਟੀਟਿਊਸ਼ਨਲ ਐਕਸਪਰਟ, ਸੰਵਿਧਾਨ ਦੇ ਐਕਸਪਰਟ ਜਿਹੜੇ ਲਾਇਰਸ ਆ, ਉਹ ਬੈਠਦੇ ਆ, ਉਹ ਸਿਰ ਜੋੜ ਕੇ ਉਹਦੇ ਗਰਾਊਂਡਸ 'ਤੇ ਮੱਥਾ ਮਾਰ ਕੇ ਪਟੀਸ਼ਨ 'ਚ ਦਾਖਲ ਕਰਕੇ ਉਹਨੂੰ ਫਾਈਲ ਕਰਦੇ ਆ, ਅਤੇ ਉਹਨਾਂ 'ਤੇ ਫਿਰ ਬਹਿਸ ਹੁੰਦੀ ਆ ਕਿਸੇ ਚੰਗੇ ਕਾਉਂਸਲ ਨੂੰ ਲੈ ਕੇ, ਕੌਨਸਟੀਟਿਊਸ਼ਨ ਦੇ ਐਕਸਪਰਟ ਨੂੰ ਲੈ ਕੇ। ਮੈਨੂੰ ਨਹੀਂ ਲੱਗਦਾ ਜਿਸ ਜਥੇਬੰਦੀ ਨੇ ਇਹ ਫਾਈਲ ਕੀਤੀ ਹੈ, ਜੇ ਬਾਕੀ ਜਥੇਬੰਦੀਆਂ ਦੀ ਇਹਦੇ 'ਤੇ ਸਹਿਮਤੀ ਆ ਤਾਂ ਇਹ ਸਾਰਾ ਕੁਝ ਕੀਤਾ ਗਿਆ। ਮੈਨੂੰ ਐਂ ਲੱਗਦਾ ਸਰਕਾਰ ਨੇ ਇੱਕ ਵੀਕ ਪਟੀਸ਼ਨ ਫਾਈਲ ਕਰਾ ਲੈਣੀ ਆ, ਸਰਕਾਰ ਨੇ ਆਪਦੇ ਫੇਵਰ 'ਚ ਸੁਪਰੀਮ ਕੋਰਟ ਤੋਂ ਡਿਸਾਈਡ ਵੀ ਕਰਾ ਲੈਣੀ ਆ, ਮੁੜ ਕੇ ਅਸੀਂ ਸੁਪਰੀਮ ਕੋਰਟ ਜਾਣ ਜੋਗੇ ਵੀ ਨਹੀਂ ਰਹਿਣਾ। ਸੋ ਬਾਈ ਜੀ, ਤੁਸੀਂ ਮਸਲੇ ਦੀ ਗੰਭੀਰਤਾ ਨੂੰ ਕਿਉਂ ਨਹੀਂ ਸਮਝ ਰਹੇ? ਕਿਸਾਨ ਜਥੇਬੰਦੀਆਂ ਨੂੰ ਮੇਰੀ ਬੇਨਤੀ ਆ ਹੱਥ ਜੋੜ ਕੇ, ਤੁਸੀਂ ਕਿਉਂ ਇੱਕ ਦੂਜੇ ਨੂੰ ਨਿੰਦਣ 'ਚ ਲੱਗੇ ਹੋ? ਮੈਂ ਕਿਹਾ ਸੀ ਤੁਹਾਡੇ ਕੋਲੇ ਪਲਾਨ ਵੀ ਹੈ ਨਹੀਂ। ਇਸ ਪਟੀਸ਼ਨ ਦੇ ਫਾਈਲ ਹੋਣ ਤੋਂ ਮੈਨੂੰ ਪਤਾ ਲੱਗ ਗਿਆ ਤੁਹਾਡੇ ਕੋਲੇ ਪਲਾਨ ਵੀ ਹੈ ਨਹੀਂ। ਸੋ ਜੇ ਤੁਸੀਂ ਲੋਕਾਂ ਦੇ ਇਸ ਉਭਾਰ ਨੂੰ, ਲੋਕਾਂ ਦੇ ਹੌਸਲੇ ਨੂੰ, ਲੋਕਾਂ ਦੇ ਅੰਦਰ ਜਿਹੜਾ ਜਜ਼ਬਾ ਉਹਨੂੰ ਇਸ ਤਰ੍ਹਾਂ ਨਾਲ ਗਲਤ ਸਟੈਪ ਲੈ ਕੇ ਵੇਚਣਾ, ਫਿਰ ਕੀ ਕਰ ਸਕਦੇ ਹਾਂ ਅਸੀਂ? ਇੱਥੇ ਮੋਰਚਿਆਂ ਤੇ ਬੈਠ ਕੇ ਕੱਲਾ ਇੱਥੇ ਸਾਨੂੰ ਬੈਠ ਕੇ ਕੁਛ ਨਹੀਂ ਨਿਕਲਣਾ। ਮੈਂ ਕਿਹਾ ਬੰਦੀ ਕਰੀਏ, ਆ ਜਾਓ ਆਪਾਂ ਵੱਖ ਸਟੇਟਾਂ ਨਾਲ, ਹੋਰ ਸਟੇਟਾਂ ਨਾਲ ਵੀ ਆਪਦੀ ਇਹ ਮੁਹਿੰਮ ਉੱਥੋਂ ਤੱਕ ਲੈ ਕੇ ਜਾਈਏ, ਇਹਨੂੰ ਪੂਰੇ ਭਾਰਤ 'ਚ ਫੈਲਾਈਏ, ਬਾਕੀ ਸੂਬਿਆਂ ਨਾਲ ਗੱਲ ਕਰਕੇ। ਉਹਦੇ ਤੇ ਕਹਿੰਦੇ ਸਾਡੇ ਕੋਲੇ ਤਾਂ ਬਹੁਤ ਯੂਨੀਅਨਾਂ ਵੱਖ-ਵੱਖ ਸਟੇਟਾਂ 'ਚ ਬੈਠੀਆਂ, ਅਸੀਂ ਤਾਂ ਯੂਨੀਅਨਾਂ ਬੈਠੀਆਂ ਤਾਂ ਉਹਨਾਂ ਨਾਲ ਗੱਲ ਕਰੋ, ਇਸ ਅੰਦੋਲਨ ਨੂੰ ਉੱਥੇ ਵੀ ਪੈਦਾ ਕਰੋ। ਇਹ ਕੌਣ ਕਰੂਗਾ? ਕੀ ਸਟੈਪ ਲਏ ਜਾ ਰਹੇ ਆ ਇਸ ਲਈ? ਮੈਂ ਕਿਤੇ ਦਾ ਕਹੀ ਜਾਣਾ, ਰੇਲਾਂ ਰੋਕੀ ਜਾਂਦੇ ਆ ਅਸੀਂ। ਰੇਲਾਂ ਰੋਕਣ ਦਾ ਜਿੰਨਾ ਖਰਚਾ ਸੈਂਟਰ ਲੂਜ਼ ਕਰ ਰਿਹਾ, ਜਿਹੜੀ ਉਹਦੀ ਕਮਾਈ, ਉਹ ਪੰਜਾਬ ਤੇ ਪੈ ਜਾਣਾ, ਸਾਨੂੰ ਸਾਡੀਆਂ ਜੇਬਾਂ 'ਚੋਂ ਦੇਣਾ ਪੈਣਾ। ਕਿਉਂ ਨਹੀਂ ਅਸੀਂ ਸਮਝ ਰਹੇ ਗੱਲਾਂ ਨੂੰ? ਅਸੀਂ ਦੂਰਦਰਸ਼ੀ ਹੋ ਕੇ ਕਿਉਂ ਨਹੀਂ ਸੋਚਦੇ? ਕਿਉਂ ਨਹੀਂ ਇਹਦੀ ਸੇਧ ਡਿਸਾਈਡ ਕਰਦੇ? ਇਕੱਠੇ ਸਿਰ ਜੋੜ ਕੇ ਬੈਠ ਕੇ ਇਹਨੂੰ ਡਿਸਾਈਡ ਕਰੀਏ। ਮੈਨੂੰ ਤੁਹਾਡੇ ਨਾਲ ਆ ਕੇ ਗੱਲ ਕਰਨਾ ਜਾਂ ਨਿੰਦਿਆ ਕਰਨ ਦਾ ਕੋਈ ਮਤਲਬ ਨਹੀਂ ਆ, ਪਰ ਇੰਨੇ ਗੈਰ ਜ਼ਿੰਮੇਦਾਰਾਨਾ ਸਟੈਪ ਜਦੋਂ ਲਏ ਜਾਂਦੇ ਆ ਤਾਂ ਬੜਾ ਮਨ ਨੂੰ ਦੁਖੀ ਹੁੰਦੇ ਆ, ਜਾਂ ਮਨ ਨੂੰ ਇੱਕ ਠੇਸ ਲੱਗਦੀ ਆ ਵੀ ਇਹ ਕੀ ਹੋ ਜਾਂਦਾ ਯਾਰ। ਇਹਦੇ ਬਾਰੇ ਤਾਂ ਗੱਲ ਹੁਣ ਕੀਤੀ ਜਾਣੀ ਚਾਹੀਦੀ ਆ। ਨਹੀਂ ਮੈਂ ਫੇਰ ਆਪਦੇ ਲੋਕਾਂ ਲਈ ਜਾਂ ਆਪਦੀ ਮਿੱਟੀ ਲਈ ਗਦਾਰੀ ਕਰੂੰਗਾ। ਮੇਰੇ ਤੋਂ ਨਹੀਂ ਹੁੰਦਾ ਜੀ, ਮੇਰੀ ਜਾਗਦੀ ਆ ਜ਼ਮੀਰ। ਮੈਂ ਇਹ ਕਹਾਂ ਵੀ ਅੱਜ ਤੁਹਾਡੀ ਹਾਂ 'ਚ ਹਾਂ ਮਿਲਾ ਕੇ, ਜੇ ਤੁਹਾਡੇ ਕੋਲੇ ਕੋਈ ਪਲਾਨ ਹੀ ਨਹੀਂ ਆ, ਤੁਹਾਡੀ ਹਾਂ 'ਚ ਹਾਂ ਮਿਲਾ ਕੇ ਮੈਂ ਕਹਾਂ ਜਿਵੇਂ ਤੁਸੀਂ ਕਹੋਗੇ ਉਵੇਂ ਕਰੂੰਗਾ, ਤਾਂ ਫਿਰ ਮੈਨੂੰ ਲੱਗਦਾ ਉਹ ਜਾਂ ਤਾਂ ਗੁਲਾਮੀ ਹੋਊਗੀ ਜਾਂ ਗਦਾਰੀ ਹੋਊਗੀ। ਮੇਰੇ ਤੋਂ ਦੋਵੇਂ ਹੀ ਨਹੀਂ ਹੋ ਸਕਦੀਆਂ। ਆਪਾਂ ਸਿਰ ਜੋੜ ਕੇ ਬੈਠੀਏ, ਰਾਹ ਲੱਭੀਏ, ਰਾਹ ਲੱਭੇ ਜਾ ਸਕਦੇ ਆ। ਰਾਜ ਸਰਕਾਰ ਨੂੰ, ਸਾਡੀ ਪੰਜਾਬ ਸਰਕਾਰ ਨੂੰ ਵੀ ਅਸੀਂ ਕਹੀਏ ਵੀ ਇਸ ਲੈਜਿਸਲੇਸ਼ਨ ਜਿਹੜੇ ਇਹ ਲਾਅ ਬਣ ਗਏ ਆ ਹੁਣ, ਇਹਨਾਂ ਨੂੰ ਨਿਗੇਟ ਕਰਨ ਵਾਸਤੇ ਰਾਜ ਸਰਕਾਰ ਕੁਛ ਨਾ ਕੁਛ ਸਾਡੇ ਪੰਜਾਬ ਦੇ ਸਟੇਟ ਦੇ, ਕਿਉਂਕਿ ਐਗਰੀਕਲਚਰ, ਫਾਰਮਰ ਇਹ ਸਟੇਟ ਸਬਜੈਕਟ ਆ ਕੌਨਸਟੀਟਿਊਸ਼ਨ 'ਚ, ਕੁਛ ਇਹੋ ਜਿਹੇ ਲਾਜ਼ ਬਣਾਵੇ ਜਿਹੜੇ ਸੈਂਟਰ ਦੇ ਇਹਨਾਂ ਲੈਜਿਸਲੇਸ਼ਨਸ ਨੂੰ ਨਿਗੇਟ ਕਰੇ, ਇਹਨਾਂ ਨੂੰ ਰੱਦ ਹੀ ਕਰਦੇ। ਸੋ ਇਸ ਕਰਕੇ
ਅਸੀਂ ਕਰ ਸਕਦੇ ਹਾਂ, ਹੱਲ ਵੀ ਲੱਭ ਸਕਦੇ ਹਾਂ, ਹੈਗੇ ਆ ਹੱਲ ਸਾਡੇ ਕੋਲੇ। ਪਰ ਜੇ ਸਿਰ ਜੋੜ ਕੇ ਨਹੀਂ ਬੈਠਾਂਗੇ, ਹਉਮੈ ਮੈਂ ਇੱਕ ਦੂਜੇ ਨੂੰ ਨਿੰਦਣਾ, ਲੱਤਾਂ ਖਿੱਚਣਾ, ਫਲਾਨਾ ਫਲਾਨੇ ਦਾ ਏਜੰਟ ਆ, ਇਹਨਾਂ ਚੀਜ਼ਾਂ 'ਚ ਰਹਿ ਗਏ। ਤੇ ਆਹ ਜਿਹੜੀ ਪਟੀਸ਼ਨ ਪਾਈ ਆ, ਇਹ ਪਾਉਣੀ ਚਾਹੀਦੀ ਸੀ, ਪਰ ਇਹਦਾ ਸਮਾਂ ਕੀ ਹੋਣਾ ਚਾਹੀਦਾ ਫਾਈਲ ਕਰਨ ਦਾ, ਇਹ ਕਿਸ ਤਰ੍ਹਾਂ ਫਾਈਲ ਕਰਨੀ ਚਾਹੀਦੀ ਆ, ਗਰਾਊਂਡਸ ਕੀ ਹੋਣੇ ਚਾਹੀਦੇ ਆ, ਸਾਡਾ ਐਡਵੋਕੇਟ ਔਨ ਰਿਕਾਰਡ ਕੀ ਹੋਣਾ ਚਾਹੀਦਾ, ਸਾਡਾ ਕਾਉਂਸਲ ਕਿਹੜਾ ਬੰਦਾ ਹੋਣਾ ਚਾਹੀਦਾ, ਕਿਹੜਾ ਸੁਪਰੀਮ ਕੋਰਟ 'ਚ ਫੇਸਿਸ ਆ ਜਿਹੜੇ ਵਰਕ ਕਰਦੇ ਆ, ਕਿਸ ਬੈਂਚ ਦੇ ਕੋਲੇ ਜਾਊਗੀ, ਉਸ ਬੈਂਚ ਦੇ ਸਾਹਮਣੇ ਕਿਹੜੇ ਫੇਸਿਸ ਵਰਕ ਕਰਦੇ ਆ। all that has to be considered. I don't know why we are not brainstorming about anything, but we are blaming each other. So ਮੇਰੀ ਬੇਨਤੀ ਹੈ ਤੁਹਾਨੂੰ ਹੱਥ ਜੋੜ ਕੇ, ਇਸ ਲੱਤਾਂ ਖਿੱਚਣ ਵਾਲੀ ਪ੍ਰੈਕਟਿਸ ਚੋਂ, ਚੱਕ ਲਿਆ ਧਰ ਲਿਆ ਵਾਲੇ ਕੰਮ ਚੋਂ ਨਿਕਲੀਏ। ਅਸੀਂ ਸਿਰ ਜੋੜ ਕੇ ਬੈਠੀਏ। ਜਥੇਬੰਦੀਆਂ ਨੂੰ ਵੀ ਬੇਨਤੀ ਆ, ਹੱਲ ਨਿਕਲ ਆਊਗਾ, ਹੱਲ ਹੈਗੇ ਆ। ਸੋ ਨਿਮਰਤਾ ਸਹਿਤ ਪਿਆਰ ਤੇ ਸਤਿਕਾਰ ਨਾਲ ਮੈਂ ਬੇਨਤੀ ਕਰਦਾ, ਸਿਰ ਜੋੜ ਕੇ ਬੈਠੋ, ਬ੍ਰੇਨਸਟਾਰਮ ਕਰੀਏ ਤੇ ਕੋਈ ਨਾ ਕੋਈ ਹੱਲ ਕੱਢੀਏ, ਕਿਉਂਕਿ ਅਸੀਂ ਹੁਣ ਲੋਕਾਂ ਦਾ ਭਲਾ ਕਰਨਾ। ਇਹੀ ਮੇਰੀ ਬੇਨਤੀ ਹੈ ਜੀ ਸਾਰਿਆਂ ਨੂੰ। ਪਿਆਰ ਤੇ ਸਤਿਕਾਰ ਇੱਕ ਵਾਰੀ ਫੇਰ ਮੇਰੇ ਵੱਲੋਂ। ਤਾਜ਼ਾ ਖਬਰਾਂ ਤੇ ਨਵੀਆਂ ਜਾਣਕਾਰੀ ਭਰਪੂਰ ਵੀਡੀਓਜ਼ ਦੇਖਣ ਵਾਸਤੇ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਸੁਰਖਾਬ ਟੀਵੀ। ਜੇਕਰ ਤੁਸੀਂ ਇਸ ਵੀਡੀਓ ਨੂੰ Facebook ਉੱਤੇ ਦੇਖ ਰਹੇ ਹੋ ਤਾਂ ਸਾਡਾ Facebook ਪੇਜ ਰਹਿਮਤ ਟੀਵੀ ਵੀ ਲਾਈਕ ਤੇ ਫੋਲੋ ਕਰ ਲਓ।